ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇਤੜਿਆਂ ਖੁਸ਼ਬੋਏਦਾਰ, ਕੇਤੜਿਆਂ ਰੰਗ ਰੇਜ ਰੰਗੋਲੀ। ਕਿਤੜੇ ਮੇਵੇਦਾਰ ਹਨ, ਹੁੜਕ ਹੁੜਕੀਏ ਲੋਲਣ ਲੋਲੀ। ਖਿਜਮਤ ਗਾਰ ਖਵਾਸ ਲਖ, ਗੋਲੰਦਾਜ ਤੋਪਚੀ ਤੋਲੀ। ਕੇਤੜਿਆਂ ਤਹਿਵੀਲਦਾਰ, ਮੁਸਰਫਦਾਰ ਦਰੋਗੇ ਓਲੀ। ਕੇਤੜਿਆਂ ਕਿਰਸਾਣ ਹੋਏ, ਕਰ ਕਿਰਸਾਣੀ ਅਤੁਲ ਅਤੋਲੀ। ਮੁਸਤੌਫੀ ਬੂਤਾਤ ਲਖ, ਮੀਰ ਸਾਮੇ ਬਖਸ਼ੀ ਕੋਲ ਕੋਲੀ। ਕੇਤੜਿਆਂ ਦੀਵਾਨ ਹੋਏ, ਕਰਨ ਕਰੋੜੀ ਮੁਲਕ ਟੰਡੋਲੀ। ਰਤਨ ਪਦਾਰਥ ਮੋਲ ਅਮੋਲੀ, ਰਤਨ ਪਦਾਰਥ ਮੋਲ ਅਮੋਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮੋ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਦੀ 8ਵੀਂ ਵਾਰ ਦੀ 21ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸੋ ਵੱਖ-ਵੱਖ ਕਿੱਤਿਆਂ ਵਾਲੇ, ਕੰਮ ਕਰਨ ਵਾਲੇ ਲੋਕ ਸੰਸਾਰ ਦੇ ਵਿੱਚ ਬਹੁਤ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਟੂਕ ਮਾਤਰ ਇਹ ਗਿਣਤੀ ਕੀਤੀ ਹੈ। ਫਿਰ ਅਖੀਰਲੀ ਪੌੜੀ ਵਿੱਚ ਸਿਧਾਂਤ ਇਹ ਦੱਸਦੇ ਹੈ ਕਿ ਇੱਥੇ ਉੱਤਮ, ਮੱਧਮ ਅਤੇ ਨੀਚ ਕਈ ਤਰ੍ਹਾਂ ਦੇ ਲੋਕ, ਕਈ ਤਰ੍ਹਾਂ ਦੇ ਕੰਮ ਕਰਨ ਵਾਲੇ ਵੱਖ-ਵੱਖ ਖਿੱਤਿਆਂ ਦੇ ਵਿੱਚ ਜੋ ਸੰਸਾਰ ਦੇ ਲੋਕਾਂ ਨੇ ਇਹ ਉੱਚੀਆਂ ਨੀਵੀਆਂ ਜਾਤੀਆਂ ਬਣਾਈਆਂ, ਗੁਰਮੁਖ ਜਿਹੜਾ ਹੈ ਉਹ ਇਹਨਾਂ ਦੇ ਵਿੱਚ ਨਹੀਂ ਪੈਂਦਾ। ਉਹ ਆਪਣੇ ਆਪ ਨੂੰ ਨੀਵਾਂ ਸਦਵਾਉਂਦਾ ਹੈ, ਗੁਰੂ ਦੀ, ਗੁਰਸਿੱਖਾਂ ਦੀ ਸੇਵਾ ਕਰਦਾ ਹੈ। ਸੋ ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ 20 ਪੌੜੀਆਂ ਤੱਕ ਵਿਚਾਰ ਸਰਵਣ ਕਰ ਚੁੱਕੇ ਹਾਂ। ਸੋ ਆਓ ਇਸ ਤੋਂ ਅੱਗੇ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਕੇਤੜਿਆਂ ਖੁਸ਼ਬੋਏਦਾਰ, ਕੇਤੜਿਆਂ ਰੰਗ ਰੇਜ ਰੰਗੋਲੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਕਿੰਨੇ ਹੀ ਅਤਾਰ ਗਾਂਧੀ ਲੋਕ ਹੈ। ਅਤਾਰ ਕਹਿੰਦੇ ਹੈ ਜਿਹੜਾ ਸੁਗੰਧੀ ਨੂੰ ਬਣਾਉਣ ਵਾਲਾ, ਸੁਗੰਧੀ ਨੂੰ ਵੇਚਣ ਵਾਲਾ।
ਅਤਰ ਫੁਲੇਲ ਇਤਿਆਦਿਕ ਬਣਾਉਂਦੇ ਹੈ, ਵੇਚਦੇ ਹੈ, ਇਹ ਕਿੰਨੇ ਹੀ ਹਨ। ਕੇਤੜੀਆਂ ਰੰਗ ਰੇਜ ਰੰਗੋਲੀ, ਅਤੇ ਕਿੰਨੇ ਹੀ ਰੰਗ ਰੇਜ ਲਿਲਾਰੀ ਜਿਹੜੇ ਕੱਪੜੇ ਰੰਗਦੇ ਹੈ, ਉਹ ਵੀ ਬਹੁਤ ਹਨ, ਕੋਈ ਗਿਣਤੀ ਨਹੀਂ। ਰੰਗੋਲੀ, ਰੰਗੋਲੀ ਉਸ ਨੂੰ ਕਹਿੰਦੇ ਸਨ, ਰਾਜੇ ਦਾ ਉਹ ਸੇਵਕ ਜਿਸ ਦੇ ਹਵਾਲੇ ਕੱਜਲ ਅਲਤਾ ਆਦਿ ਰੰਗ ਰਹਿੰਦੇ ਸਨ। ਸੋ ਕਿਤਨੇ ਹੀ ਰੰਗੋਲੀ ਸੰਸਾਰ ਦੇ ਵਿੱਚ ਹਨ। ਕਿਤੜੇ ਮੇਵੇਦਾਰ ਹਨ, ਹੁੜਕ ਹੁੜਕੀਏ ਲੋਲਣ ਲੋਲੀ। ਕਿੰਨੇ ਹੀ ਲੋਕ ਮੇਵੇਦਾਰ, ਮੇਵਾ ਵੇਚਣ ਵਾਲੇ ਹੈ। ਕਿਤਨੇ ਹੀ ਲੋਕ ਐਸੇ ਹੈ ਜਿਹੜੇ ਸ਼ਰਤ ਬੰਨ੍ਹ ਕੇ ਸੌਦਾ ਕਰਦੇ ਹੈ। ਹੁੜਕ ਹੁੜਕੀਏ, ਸ਼ਰਤਾਂ ਲਾਉਣ ਵਾਲੇ, ਸ਼ਰਤਾਂ ਲਾ ਲਾ ਕੇ ਉਹ ਸੌਦਾ ਕਰਦੇ ਹੈ। ਐਸੇ ਕਿੰਨੇ ਹੀ ਲੋਕ ਹਨ। ਲੋਲਣ ਲੋਲੀ, ਕਈ ਚੰਚਲ ਹਨ, ਅਤੇ ਇਸੇ ਤਰ੍ਹਾਂ ਲੋਲੀ ਕਹਿੰਦੇ ਹੈ ਵੇਸ਼ਵਾ ਨੂੰ, ਜਿਹੜੀ ਰਾਜਿਆਂ ਦੇ ਦਰਬਾਰ ਦੀ ਵੇਸ਼ਵਾ ਹੁੰਦੀ ਸੀ, ਉਹਨੂੰ ਲੋਲੀ ਕਿਹਾ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਚੰਚਲ ਵੇਸ਼ਵਾਵਾਂ ਵੀ ਕਿੰਨੀਆਂ ਹੀ ਹਨ। ਖਿਜਮਤ ਗਾਰ ਖਵਾਸ ਲਖ, ਗੋਲੰਦਾਜ ਤੋਪਚੀ ਤੋਲੀ। ਕਿੰਨੇ ਹੀ ਲੋਕ ਐਸੇ ਹੈ ਜਿਹੜੇ ਖਿਜਮਤਗਾਰ, ਸੇਵਾ ਕਰਨ ਵਾਲੇ ਦਾਸ ਦਾਸੀਆਂ ਹਨ। ਖਵਾਸ ਲਖ, ਖਵਾਸ ਖਾਸ ਕਰਕੇ ਅਮੀਰਾਂ ਅਤੇ ਰਾਜਿਆਂ ਦੇ ਦਰਬਾਰ ਦੇ ਵਿੱਚ ਵੱਡੇ ਜਿਹੜੇ ਬੰਦੇ, ਉਹਨਾਂ ਦੀ ਜਿਹੜੀ ਟਹਿਲਣ ਹੁੰਦੀ ਸੀ, ਦਾਸੀ ਗੋਲੀ, ਉਹਨੂੰ ਖਵਾਸ ਕਹਿੰਦੇ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੱਖਾਂ ਦਾਸ ਦਾਸੀਆਂ, ਲੱਖਾਂ ਹੀ ਗੋਲੀਆਂ ਹਨ ਇੱਥੇ ਸੰਸਾਰ ਦੇ ਵਿੱਚ। ਗੋਲੰਦਾਜ ਤੋਪਚੀ ਤੋਲੀ, ਤੋਪਚੀ ਬਹੁਤ ਹਨ, ਕਿਤਨੇ ਹੀ ਜਿਹੜੇ ਤੋਪਾਂ ਦੇ ਗੋਲੇ ਮਾਰਨ ਵਾਲੇ ਹਨ, ਉਹ ਬਹੁਤ ਹਨ। ਤੋਲੀ ਅਤੇ ਸੌਦਾ ਤੋਲਣ ਵਾਲੇ ਭੰਡਾਰੀ, ਉਹ ਵੀ ਬਹੁਤ ਹਨ। ਕੇਤੜਿਆਂ ਤਹਿਵੀਲਦਾਰ, ਮੁਸਰਫਦਾਰ ਦਰੋਗੇ ਓਲੀ। ਕੇਤੜਿਆਂ ਤਹਿਵੀਲਦਾਰ, ਕਿਤਨੇ ਹੀ ਰੋਕੜ ਰੱਖਣ ਵਾਲੇ। ਤਹਿਵੀਲਦਾਰ ਐਸਾ ਖਜ਼ਾਨਚੀ ਜਿਹੜਾ ਨਕਦੀ ਸਾਂਭਦਾ ਹੈ, ਜਿਹੜੇ ਹੱਥੋਂ ਹੱਥ ਪੈਸੇ ਹੁੰਦੇ ਨਾ, ਉਹਨਾਂ ਨੂੰ ਸਾਂਭਣ ਵਾਲਾ। ਭਾਈ ਗੁਰਦਾਸ ਜੀ ਕਹਿੰਦੇ ਕਿੰਨੇ ਹੀ ਤਹਿਵੀਲਦਾਰ, ਨਕਦੀ ਰੱਖਣ ਵਾਲੇ ਖਜ਼ਾਨਚੀ ਹੈ। ਮੁਸਰਫਦਾਰ ਦਰੋਗੇ ਓਲੀ, ਕਿਤਨੇ ਹੀ ਮੁਸਰਫਦਾਰ, ਕਿਸੇ ਕੰਮ ਦੀ ਨਿਗਰਾਨੀ ਕਰਨ ਵਾਲਾ ਅਫਸਰ, ਉਹਨੂੰ ਮੁਸਰਫਦਾਰ ਕਹਿੰਦੇ ਹੈ। ਕਿਤਨੇ ਹੀ ਹਨ। ਦਰੋਗੇ, ਜਿਹੜੇ ਦਰੋਗੇ ਹੈ। ਓਲੀ, ਔਰ ਇਸੇ ਤਰ੍ਹਾਂ ਓਲੀ, ਓਲੀ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਖੜੀ ਫਸਲ ਦਾ ਅੰਦਾਜ਼ਾ ਲਾਉਂਦੇ ਸੀ। ਅੱਜ ਦੇ ਸਮੇਂ ਵਿੱਚ ਰੂਪ ਰੰਗ ਬਦਲ ਗਿਆ, ਗਰਦੌਰੀਆਂ ਹੁੰਦੀਆਂ, ਕਈ ਕੁਝ ਹੁੰਦਾ ਹੈ। ਖੜੀ ਫਸਲ ਦਾ ਅੰਦਾਜ਼ਾ ਲਾਉਣ ਵਾਲੇ ਓਲੀ, ਉਹਨਾਂ ਨੂੰ ਓਲੀ ਕਿਹਾ ਜਾਂਦਾ ਸੀ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਵੀ ਬਹੁਤ ਹੀ ਹਨ। ਕੇਤੜਿਆਂ ਕਿਰਸਾਣ ਹੋਏ, ਕਰ ਕਿਰਸਾਣੀ ਅਤੁੱਲ ਅਤੁੱਲੀ। ਕਿੰਨੇ ਹੀ ਜ਼ਿਮੀਂਦਾਰ ਕਿਰਸਾਨ ਹਨ, ਹਲ ਵਾਹੁਣ ਵਾਲੇ, ਖੇਤੀ ਕਰਨ ਵਾਲੇ। ਕਰ ਕਿਰਸਾਣੀ ਅਤੁੱਲ ਅਤੁੱਲੀ, ਇਹ ਜਿਹੜੀ ਧਰਤੀ ਤੋਲੀ ਨਹੀਂ ਜਾ ਸਕਦੀ, ਜੋ ਕਿਸੇ ਤੋਲ ਵਿੱਚ ਨਾ ਆ ਸਕਣ ਵਾਲੀ ਧਰਤੀ ਨੂੰ ਵਾਹੁੰਦੇ ਹੈ, ਗੋਡਦੇ ਹੈ, ਫਸਲਾਂ ਬੀਜਦੇ ਹੈ, ਸੋ ਖੇਤੀ ਕਰਦੇ ਹੈ। ਕਿਤਨੇ ਹੀ ਹਨ। ਮੁਸਤੌਫੀ ਬੂਤਾਤ ਲਖ,
ਮੀਰ ਸਾਮੇ ਬਖਸ਼ੀ ਕੋਲ ਕੋਲੀ। ਮੁਸਤੌਫੀ ਜਿਹੜੇ ਲੇਖਾ ਕਰਨ ਵਾਲੇ ਹੈ, ਲੇਖੇ ਦੀ ਪੜਤਾਲ ਕਰਨ ਵਾਲੇ, ਕਿਤਨੇ ਹੀ ਮੁਸਤੌਫੀ ਹਿਸਾਬ ਤੇ ਪੜਤਾਲ ਕਰਨ ਵਾਲੇ ਹਨ। ਬੂਤਾਤ ਲੱਖ, ਇਸੇ ਤਰ੍ਹਾਂ ਬੂਤਾਤ ਜਿਹੜਾ ਘਰ ਦਾ ਖਰਚਾ ਹੁੰਦਾ, ਘਰ ਦੇ ਖਰਚੇ ਦਾ ਜਿਹੜਾ ਲੇਖੇਦਾਰ ਹੁੰਦਾ ਹੈ, ਘਰ ਸਾਂਭਣ ਵਾਲਾ, ਘਰ ਦੇ ਖਰਚੇ ਦਾ ਸਾਰਾ ਹਿਸਾਬ ਕਿਤਾਬ ਰੱਖਣਾ, ਬੂਤਾਤ ਲੱਖ, ਲੱਖਾਂ ਬੂਤਾਤ ਹਨ। ਮੀਰ ਸਾਮੇ ਬਖਸ਼ੀ ਕੋਲ ਕੋਲੀ, ਮੀਰ ਸਾਮੇ ਜਿਹੜੀਆਂ ਖੁਸ਼ਬੂਦਾਰ ਚੀਜ਼ਾਂ, ਇਤਰ ਇਤਿਆਦਿਕ, ਉਹਨਾਂ ਦਾ ਪਾਤਸ਼ਾਹੀ ਅਫਸਰ, ਵਧੀਆ ਇਤਰ ਲਿਆ ਕਰਕੇ ਉਹ ਪਾਤਸ਼ਾਹ ਨੂੰ ਦੇਣਾ। ਸੋ ਜਿਹੜੇ ਸੁਗੰਧੀ ਵਾਲੀਆਂ ਚੀਜ਼ਾਂ ਨਾ, ਉਹਨਾਂ ਦਾ ਪਾਤਸ਼ਾਹੀ ਅਫਸਰ, ਉਹਨੂੰ ਮੀਰ ਸਾਮੇ ਕਿਹਾ ਜਾਂਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੀਰ ਸ਼ਾਮੇ ਬਹੁਤ ਨੇ। ਬਖਸ਼ੀ, ਬਖਸ਼ੀ ਸੈਨਾਪਤੀ ਜਰਨੈਲ, ਕਈ ਸੈਨਾਪਤੀ ਜਰਨੈਲ ਹਨ। ਕੋਲ ਕੋਲੀ, ਕੋਲ ਖਾਸ ਕਰਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਰਹਿਣ ਵਾਲੀ ਇੱਕ ਜਾਤੀ ਨੂੰ ਕਿਹਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਆ, ਭਾਗਲਪੁਰ ਦੇ ਇਲਾਕੇ ਦੇ ਵਿੱਚ ਲੋਕ ਬਹੁਤ ਰਹਿੰਦੇ ਹੈ। ਸੋ ਕੋਲ, ਐਸੇ ਲੋਕ ਬਹੁਤ ਨੇ। ਇੱਕ ਇਹ ਜਾਤੀ ਕੋਲੀ, ਤੇ ਇਸੇ ਤਰ੍ਹਾਂ ਕੋਲੀ ਜੁਲਾਹੇ ਬਹੁਤ ਹਨ, ਕਿਤਨੇ ਹੀ। ਇਹ ਜਿਹੜਾ ਕੋਲੀ ਸ਼ਬਦ ਹੈ, ਇਹ ਖਾਸ ਕਰਕੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਜੁਲਾਹਿਆਂ ਵਾਸਤੇ ਵਰਤਿਆ ਜਾਂਦਾ ਸੀ। ਔਰ ਇਸ ਸ਼ਬਦ ਦੇ ਹੋਰ ਭਾਵ ਅਰਥ ਵੀ ਹਨ। ਸੂਰ ਰੱਖਣ ਵਾਲਾ ਕੋਲ, ਉਹਨੂੰ ਵੀ ਕੋਲੀ ਕਿਹਾ ਜਾਂਦਾ ਸੀ। ਸੋ ਐਸੇ ਲੋਕ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਹੁਤ ਹਨ। ਕੋਲ ਕੋਲੀ, ਸੋ ਕੋਲ ਇੱਕ ਪਹਾੜੀ ਕੌਮ ਤੇ ਕੋਲੀ ਜੁਲਾਏ ਕਿਤਨੇ ਹੀ ਹਨ, ਲੱਖਾਂ ਹੀ ਹਨ। ਕੇਤੜਿਆਂ ਦੀਵਾਨ ਹੋਏ, ਕਰਨ ਕਰੋੜੀ ਮੁਲਕ ਟੰਡੋਲੀ। ਕਿਤਨੇ ਹੀ ਭਾਵ ਅਨੇਕਾਂ ਹੀ ਦੀਵਾਨ ਹਨ, ਖਜ਼ਾਨਚੀ ਹਨ, ਜਿਨ੍ਹਾਂ ਦੇ ਕੋਲ ਦੀਵਾਨ ਦੀ ਪਦਵੀ ਹੈ। ਕਰਨ ਕਰੋੜੀ ਮੁਲਕ ਟੰਡੋਲੀ, ਤੇ ਮੁਲਕ ਦੇ ਕਰੋੜਾਂ ਹੀ ਮਾਮਲਿਆਂ ਨੂੰ ਚੰਗੀ ਤਰ੍ਹਾਂ ਦੇਖਦੇ ਹੈ, ਪੜਤਾਲ ਕਰਦੇ ਹੈ। ਮੁਲਕ ਦੇ ਲੱਖਾਂ ਮਾਮਲੇ ਉਹਨਾਂ ਨੂੰ ਵੇਖਦੇ ਹੈ, ਕਿੱਥੇ ਕੀ ਗੱਲਬਾਤ ਹੋਈ ਹੈ। ਸੋ ਦੀਵਾਨ ਕਿਤਨੇ ਹੀ ਹਨ, ਬਹੁਤੇ ਹਨ। ਰਤਨ ਪਦਾਰਥ ਮੋਲ ਅਮੋਲੀ, ਅਨੇਕਾਂ ਹੀ ਰਤਨਾਂ ਵਰਗੇ ਪਦਾਰਥ ਹਨ, ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ, ਤੇ ਬਾਦਸ਼ਾਹੀ ਖਜ਼ਾਨਿਆਂ ਦੇ ਵਿੱਚ ਉਹ ਜਮ੍ਹਾਂ ਰਹਿੰਦੇ ਹੈ। ਸੋ ਅਨੇਕਾਂ ਹੀ ਪਦਾਰਥ ਰਤਨਾਂ ਵਰਗੇ ਅਮੋਲਕ ਹਨ। ਹੁਣ ਅਗਲੀ 22ਵੀਂ ਪੌੜੀ ਦੇ ਵਿੱਚ ਉਹੀ ਪ੍ਰਕਰਨ ਹੈ। ਭਾਈ ਗੁਰਦਾਸ ਸਾਹਿਬ ਜੀ ਗਿਣਤੀ ਕਰ ਰਹੇ ਹੈ। ਕੇਤੜਿਆਂ ਹੀ ਜੌਹਰੀ, ਕਿੰਨੇ ਹੀ ਜੌਹਰੀ ਲੋਕ ਹਨ। ਜਿਹੜਾ ਰਤਨਾਂ ਦਾ ਵਪਾਰੀ ਹੁੰਦਾ ਹੈ, ਰਤਨਾਂ ਦਾ ਵਪਾਰ ਕਰਦਾ ਹੈ, ਹੀਰਿਆਂ ਦਾ ਵਪਾਰ ਕਰਦਾ, ਜੌਹਰੀ ਪਰਖ ਵੀ ਰੱਖਦਾ ਹੈ, ਕਿੰਨੇ ਹੀ ਹਨ। ਲੱਖ ਸਰਾਫ ਬਜਾਜ ਵਪਾਰੀ, ਲੱਖਾਂ ਹੀ ਸ਼ਰਾਫ ਹਨ, ਸਰਾਫ ਹਨ, ਜਿਹੜੇ ਦੌਲਤ ਨੂੰ, ਜਿਹੜੇ ਪੈਸੇ ਮੋਹਰਾਂ ਹੁੰਦੀਆਂ ਸੀ, ਉਹਨਾਂ ਨੂੰ ਪਰਖਣ ਵਾਲੇ ਕਿ ਇਹ ਰੁਪਈਆ ਖੋਟਾ ਹੈ ਜਾਂ ਇਹ ਅਸਲੀ ਹੈ ਜਾਂ ਖਰਾ ਹੈ। ਖਰੇ ਤੇ ਖੋਟੇ ਦੀ ਪਰਖ ਰੱਖਣ ਵਾਲੇ ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਹੀ ਸਰਾਫ ਹਨ। ਬਜਾਜ ਵਪਾਰੀ, ਬਜਾਜ ਕੱਪੜਾ ਵੇਚਣ ਵਾਲਾ, ਕੱਪੜੇ ਦੇ ਵਪਾਰੀ ਲੱਖਾਂ ਹੀ ਹਨ। ਸੌਦਾਗਰ ਸੌਦਾਗਰੀ, ਗਾਂਧੀ ਕਾ ਸੇਰੇ ਪਾਸਾਰੀ। ਸੌਦਾਗਰ ਸੌਦਾਗਰੀ ਕਰਦੇ ਹੈ, ਇਹ ਵੀ ਕਿਤਨੇ ਹੀ ਹਨ। ਗਾਂਧੀ ਅਤਾਰ ਨੂੰ ਕਹਿੰਦੇ ਹੈ,
ਸੁਗੰਧੀ ਨੂੰ ਬਣਾਉਣ ਵਾਲਾ ਅਤੇ ਫਿਰ ਉਹਨੂੰ ਵੇਚਣ ਵਾਲਾ। ਐਸੇ ਅਵਤਾਰ ਬਹੁਤ ਹਨ। ਕਾਸੇਰੇ ਜਿਹੜੇ ਭਾਂਡੇ ਬਣਾਉਂਦੇ ਹੈ, ਕਸੇਰੇ ਬਹੁਤ ਹੈ, ਪਾਸਾਰੀ ਅਤੇ ਪੰਸਾਰੀ ਸੰਸਾਰ ਦੇ ਵਿੱਚ ਇਹ ਬਹੁਤੇ ਹਨ। ਕੇਤੜਿਆਂ ਪਰਚੂਨੀਏ ਕੇਤੜਿਆਂ ਦਲਾਲ ਬਜ਼ਾਰੀ। ਕਿੰਨੇ ਹੀ ਪਰਚੂਨੀਏ ਜਿਹੜੇ ਪਰਚੂਨ ਦੇ ਵਿੱਚ ਸੌਦਾ ਵੇਚਦੇ ਹੈ। ਇਕੱਠਾ ਸੌਦਾ ਲੈ ਆਉਣਾ ਬਹੁਤ ਸਾਰਾ, ਉਹ ਸਸਤਾ ਮਿਲ ਜਾਂਦਾ, ਫਿਰ ਥੋੜ੍ਹਾ ਥੋੜ੍ਹਾ ਕਰਕੇ ਵੇਚੀ ਜਾਣਾ। ਜਿੰਨੇ ਕਿਸੇ ਨੂੰ ਜ਼ਰੂਰਤ ਹੁੰਦੀ ਉਹ ਦੁਕਾਨ ਤੋਂ ਜਾ ਕੇ ਲੈ ਆਉਂਦਾ। ਪਰਚੂਨੀਏ ਪਰਚੂਨ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਸੌਦਾ ਵੇਚਣ ਵਾਲੇ ਕਿਤਨੇ ਹੀ ਹਨ। ਕੇਤੜਿਆਂ ਦਲਾਲ ਬਜ਼ਾਰੀ ਅਤੇ ਬਾਜ਼ਾਰ ਦੇ ਦਲਾਲ ਕਿਤਨੇ ਹੀ ਹਨ। ਤੁਸੀਂ ਸੌਦਾ ਕਰਨ ਜਾਓ, ਕੋਈ ਗੱਡੀ ਮੋਟਰ ਲੈਣ ਜਾਓ, ਤੁਹਾਨੂੰ ਉੱਥੇ ਦਲਾਲ ਬਹੁਤ ਮਿਲ ਜਾਣਗੇ। ਇੰਨੇ 'ਚ ਸੌਦਾ ਕਰਾ ਦਿੰਦੇ, ਇਸ ਗੱਡੀ ਦਾ ਦੱਸੋ ਪਸੰਦ ਹੈ। ਉਹਨਾਂ ਦੀ ਕੁਝ ਪਰਸੈਂਟੇਜ ਹੁੰਦੀ ਹੈ, ਕੋਈ ਲੱਖ ਪਿੱਛੇ 5000 ਲੈਂਦਾ, ਕੋਈ 10000 ਲੈਂਦਾ, ਜਾਂ ਲੱਗੀ ਫੱਬੀ ਜਿੰਨੇ ਮਿਲ ਜਾਣ ਲਈ ਜਾਂਦੇ। ਦਲਾਲ ਬਾਜ਼ਾਰਾਂ ਵਿੱਚ ਬਹੁਤ ਹਨ। ਕੇਤੜਿਆਂ ਸਿਕਲੀ ਗਰਾਂ ਕਿਤੜੇ ਲੱਖ ਕਮੱਗਰ ਕਾਰੀ। ਕਿਤਨੇ ਹੀ ਸਿਕਲੀਗਰ ਹਨ ਜਿਹੜੇ ਸ਼ਸਤਰ ਬਣਾਉਂਦੇ ਹੈ। ਕਿਰਪਾਨਾਂ, ਢਾਲਾਂ, ਨੇਜੇ, ਬਰਛੇ, ਇਹ ਸ਼ਸਤਰ ਲੋਹੇ ਦੇ ਕੁੱਟ ਕੇ, ਲੋਹੇ ਨੂੰ ਕੱਟ ਕੇ, ਆਕਾਰ ਦੇ ਕੇ ਬਣਾਉਂਦੇ ਹੈ। ਕਿੰਨੇ ਹੀ ਸਿਕਲੀਗਰ ਹਨ ਸ਼ਸਤਰਾਂ ਨੂੰ, ਹਥਿਆਰਾਂ ਨੂੰ ਬਣਾਉਣ ਵਾਲੇ। ਕਿਤੜੇ ਲੱਖ ਕਮੱਗਰ ਕਾਰੀ। ਕਿਤਨੇ ਲੱਖਾਂ ਹੀ ਕਮੱਗਰ ਕਮਾਨਾਂ ਨੂੰ ਬਣਾਉਣ ਵਾਲੇ ਕਾਰੀ ਸਿਆਣੇ ਹਨ। ਕਮੱਗਰ ਕਮਾਨ, ਵਧੀਆ ਕਮਾਨਾਂ ਬਣਾਉਣ ਵਾਲੇ ਕਿਤਨੇ ਹੀ ਲੋਕ ਹਨ। ਕੇਤੜਿਆਂ ਘੁਮਿਆਰ ਲੱਖ ਕਾਗਦ ਕੁੱਟ ਘਣੇ ਲੂਣਾਰੀ। ਕਿਤਨੇ ਲੱਖਾਂ ਹੀ ਘੁਮਿਆਰ ਹਨ ਸੰਸਾਰ ਦੇ ਵਿੱਚ, ਭਾਂਡੇ ਬਣਾਉਂਦੇ ਹੈ ਮਿੱਟੀ ਦੇ, ਸੋ ਹੋਰ ਕਈ ਕਾਰਜ ਕਰਦੇ ਹੈ। ਕਾਗਦ ਕੁੱਟ, ਕਈ ਕਾਗਜ਼ ਕੁੱਟਣ ਵਾਲੇ ਹੈ। ਘਣੇ ਲੂਣਾਰੀ, ਅਤੇ ਬਹੁਤੇ ਹਨ ਲੂਣਾਰੀ, ਲੂਣ ਮਸਾਲਾ ਵੇਚਣ ਵਾਲੇ, ਫੇਰੀਆਂ ਲਾਉਣ ਵਾਲੇ ਬਹੁਤੇ ਹਨ। ਕਿਤੜੇ ਦਰਜੀ ਧੋਬੀਆਂ ਕਿਤੜੇ ਜਰ ਲੋਹੇ ਸਿਰਹਾਰੀ। ਕਿੰਨੇ ਹੀ ਦਰਜੀ ਹਨ, ਕਿੰਨੇ ਹੀ ਧੋਬੀ ਹਨ, ਆਪੋ ਆਪਣਾ ਕੰਮ ਕਰਦੇ ਹੈ। ਕਿਤੜੇ ਜਰ ਲੋਹੇ ਸਿਰਹਾਰੀ। ਔਰ ਕਿੰਨੇ ਹੀ ਲੋਕ ਐਸੇ ਹਨ ਜਿਹੜੇ ਮੁਲੰਮਾ ਕਰਨ ਵਾਲੇ ਹੈ। ਜਰ ਲੋਹੇ ਸਿਰਹਾਰੀ, ਲੋਹੇ ਦੇ ਉੱਤੇ ਸੋਨਾ ਮੜ ਦੇਣ ਵਾਲੇ, ਸੋਨੇ ਦੇ ਬਰੀਕ ਪੱਤਰੇ ਬਣਾ ਕੇ ਲੋਹੇ ਦੇ ਉੱਤੇ ਜੜ ਦਿੰਦੇ ਹੈ। ਸੋ ਐਸਾ ਕੰਮ ਕਰਨ ਵਾਲੇ ਬਹੁਤ ਲੋਕ ਹਨ ਸੰਸਾਰ ਦੇ ਵਿੱਚ। ਕਿਤੜੇ ਭੜ ਭੂੰਜੇ ਪਠਿਆਰੀ। ਕਿਤਨੇ ਹੀ ਭੜਭੂੰਜੇ ਹਨ ਦਾਣੇ ਭੁੰਨਣ ਵਾਲੇ। ਪਹਿਲਾਂ ਬਹੁਤ ਹੁੰਦੇ ਸੀ ਪਿੰਡਾਂ ਵਿੱਚ ਪਠਿਆਰੀ, ਪਠਿਆਰੀਆਂ ਕਿੰਨੀਆਂ ਹੁੰਦੀਆਂ। ਇੱਕ ਥਾਂ 'ਤੇ ਭੱਠੀ ਲਾ ਲੈਣੀ, ਕੜਾਹੀ 'ਚ ਰੇਤ ਪਾ ਲੈਣੀ, ਦਾਣੇ ਭੁੰਨ ਕੇ ਦੇਣੇ, ਬੱਚੇ ਜਾਂਦੇ ਸੀ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਤਨੇ ਹੀ ਭੜਭੂੰਜੇ ਅਤੇ ਕਿੰਨੀਆਂ ਹੀ ਪਠਿਆਰੀਆਂ ਹਨ। ਸੋ ਬਹੁਤ ਹਨ ਇਸ ਸੰਸਾਰ ਦੇ ਵਿੱਚ। ਹੁਣ ਇਸ ਤੋਂ ਅੱਗੇ 23ਵੀਂ ਪੌੜੀ ਵਿੱਚ ਭਾਈ ਸਾਹਿਬ ਜੀ ਫਰਮਾ ਰਹੇ ਹੈ, ਕੇਤੜਿਆਂ ਕਾਰੂੰਜੜੇ ਕੇਤੜਿਆਂ ਦਬਗਰ ਕਾਸਾਈ। ਕਿੰਨੇ ਹੀ ਕਰੂੰਜੜੇ ਹੈ ਸੰਸਾਰ ਦੇ ਵਿੱਚ। ਕਰੂੰਜੜੇ ਕਹਿੰਦੇ ਜਿਹੜੇ ਸਬਜ਼ੀ ਵੇਚਣ ਵਾਲੇ, ਕਈ ਤੁਰ ਫਿਰ ਕੇ ਵੇਚਦੇ ਹੈ, ਕਈ ਇੱਕ ਥਾਂ 'ਤੇ ਟਿਕ ਕੇ ਸਬਜ਼ੀ ਵੇਚਦੇ। ਕਿਤਨੇ ਹੀ ਕਾਰੂੰਜੜੇ ਸਬਜ਼ੀ ਵੇਚਣ ਵਾਲੇ ਹੈ। ਕੇਤੜਿਆਂ ਦਬਗਰ ਕਾਸਾਈ। ਕਿਤਨੇ ਹੀ ਦਬਗਰ ਹਨ। ਦਬਗਰ ਜਿਹੜੇ ਕੁੱਪੇ ਬਣਾਉਣ ਵਾਲੇ। ਪੁਰਾਣੇ ਸਮੇਂ ਵਿੱਚ ਚੰਮ ਨੂੰ ਚੰਗੀ ਤਰ੍ਹਾਂ ਦੱਬ ਕੇ, ਸਾੜ ਕੇ, ਲੇਵੀ ਦੀ ਸ਼ਕਲ ਦਾ ਬਣਾ ਕੇ
ਅਤੇ ਉਹਦੇ ਤੋਂ ਕੁੱਪੇ ਇਤਿਆਦਿਕ ਸਮਾਨ ਬਣਾਉਂਦੇ ਸੀ, ਉਹਨਾਂ ਨੂੰ ਦਬਗਰ ਕਿਹਾ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਤਨੇ ਹੀ ਦਬਗਰ ਹਨ, ਕਾਸਾਈ ਕਿਤਨੇ ਹੀ ਕਸਾਈ ਲੋਕ ਹਨ। ਕੇਤੜਿਆਂ ਮੁਨਿਆਰ ਲੱਖ, ਕੇਤੜਿਆਂ ਚਮਿਆਰ ਅਰਾਈ। ਕਿਤਨੇ ਹੀ ਮੁਨਿਆਰ, ਖਾਸ ਕਰਕੇ ਮੁਨਿਆਰ ਸ਼ਬਦ ਪਹਿਲਾਂ ਤਾਂ ਇਹ ਹੀਰਿਆਂ ਰਤਨਾਂ ਨੂੰ ਪਰਖਣ ਵਾਲਿਆਂ ਵਾਸਤੇ ਵਰਤਿਆ ਜਾਂਦਾ ਸੀ, ਪਰ ਅੱਜ ਕੱਲ੍ਹ ਇਹ ਸ਼ਬਦ ਕੱਚ ਦਾ ਸਮਾਨ ਬਣਾਉਣ ਵਾਲੇ ਅਤੇ ਵੇਚਣ ਵਾਲੇ, ਉਹਨਾਂ ਵਾਸਤੇ ਵਰਤਿਆ ਜਾਂਦਾ। ਮੁਨਿਆਰ ਲੱਖਾਂ ਹੀ, ਜਿਵੇਂ ਚੂੜੀਆਂ ਵੇਚਣ ਵਾਲੇ, ਅੱਜ ਕੱਲ੍ਹ ਆਪਾਂ ਇਹ ਸ਼ਬਦ ਮੁਨਿਆਰੀ ਦੀ ਦੁਕਾਨ ਤੋਂ ਆ ਸਮਾਨ ਮਿਲ ਜਾਣਾ ਹੈ। ਸੋ ਕਿਤਨੇ ਲੱਖਾਂ ਹੀ ਮੁਨਿਆਰ ਹਨ। ਕੇਤੜਿਆਂ ਚਮਿਆਰ ਅਰਾਈ, ਕਿਤਨੇ ਹੀ ਚਮਿਆਰ ਹਨ ਅਤੇ ਕਿਤਨੇ ਹੀ ਅਰਾਈ ਜਾਤੀ ਦੇ ਲੋਕ। ਅਰਾਈ ਇੱਕ ਜਾਤ ਖਾਸ ਕਰਕੇ ਪੋਠੋਹਾਰ ਅਤੇ ਧਨੀ ਵਿੱਚ ਇਸ ਨੂੰ ਮਲਿਆਰ ਵੀ ਕਹਿੰਦੇ ਹੈ। ਅਰਾਈ ਕਿਤਨੇ ਹੀ ਹਨ। ਭੰਗ ਹੇਰੇ ਹੋਏ ਕੇਤੜੇ, ਬਗਨੀ ਗਰਾਂ ਕਲਾਲ ਹਵਾਈ। ਕਿਤਨੇ ਹੀ ਭੰਗ ਹੇਰੇ, ਭੰਗ ਵੇਚਣ ਵਾਲੇ ਹੈ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ, ਬਹੁਤ ਹਨ। ਬਗਨੀ ਗਰਾਂ ਕਲਾਲ ਹਵਾਈ, ਇਸੇ ਤਰ੍ਹਾਂ ਬਗਨੀ ਗਰਾਂ ਜਿਹੜੇ ਵੰਗਾਂ ਬਣਾਉਣ ਵਾਲੇ, ਚੂੜੀਆਂ ਬਣਾਉਣ ਵਾਲੇ, ਉਹ ਵੀ ਬਹੁਤ ਹਨ। ਕਲਾਲ ਜਿਹੜੇ ਸ਼ਰਾਬ ਵੇਚਣ ਵਾਲੇ, ਕਈ ਸ਼ਰਾਬ ਕੱਢ ਕੱਢ ਕੇ ਵੇਚਦੇ ਹੈ, ਬਹੁਤੇ ਹੈ। ਹਵਾਈ ਅਤੇ ਹਲਵਾਈ, ਇਹ ਵੀ ਕਿਤਨੇ ਹੀ ਹਨ। ਕਿਤੜੇ ਭੰਗੀ ਪੋਸਤੀ, ਅਮਲੀ ਸੋਫੀ ਘਣੀ ਲੁਕਾਈ। ਕਿਤਨੇ ਹੀ ਭੰਗੀ ਹਨ ਸੰਸਾਰ ਵਿੱਚ, ਔਰ ਇਸੇ ਤਰ੍ਹਾਂ ਪੋਸਤੀ, ਕਈ ਪੋਸਤੀ ਹੈ, ਪੋਸਤ ਵੇਚਣ ਵਾਲੇ, ਪੋਸਤ ਦਾ ਨਸ਼ਾ ਕਰਨ ਵਾਲੇ ਬਹੁਤ ਹਨ। ਅਮਲੀ, ਅਮਲ ਕਰਨ ਵਾਲੇ, ਨਸ਼ਾ ਕਰਨ ਵਾਲੇ, ਨਸ਼ਈ ਬਹੁਤ ਹਨ। ਸੋਫੀ ਘਣੀ ਲੁਕਾਈ, ਅਤੇ ਬਹੁਤੀ ਲੁਕਾਈ ਜਿਹੜੀ ਉਹ ਸੋਫੀ, ਜਿਹੜੀ ਕੋਈ ਨਸ਼ਾ ਪੱਤਾ ਨਹੀਂ ਕਰਦੀ, ਨਸ਼ੇ ਦਾ, ਭੈੜੇ ਨਸ਼ੇ ਜਿਹੜੇ ਨੇ ਇਹਨਾਂ ਦਾ ਸੇਵਨ ਨਹੀਂ ਕਰਦੇ। ਸੋਫੀ ਵੀ ਬਹੁਤ ਨੇ ਅਤੇ ਅਮਲੀ ਵੀ ਬਹੁਤ ਹਨ। ਕੇਤੜਿਆਂ ਕਹਾਰ ਲੱਖ, ਗੁੱਜਰ ਲੱਖ ਅਹੀਰ ਗਣਾਈ। ਕਿਤਨੇ ਹੀ ਕਹਾਰ, ਕਿਤਨੇ ਲੱਖਾਂ ਹੀ ਕਹਾਰ ਹਨ। ਖਾਸ ਕਰਕੇ ਪਾਣੀ ਢੋਣ ਵਾਲਿਆਂ ਵਾਸਤੇ ਵੀ ਇਹ ਸ਼ਬਦ ਕਹਾਰ ਵਰਤਿਆ ਜਾਂਦਾ ਹੈ। ਔਰ ਜਿਹੜੇ ਡੋਲੀ ਚੱਕਦੇ ਸਨ, ਪਾਲਕੀ ਚੁੱਕਦੇ ਸਨ, ਕਹਾਰ, ਪੁਰਾਣੇ ਸਮੇਂ ਵਿੱਚ ਡੋਲੀ ਮੋਢਿਆਂ 'ਤੇ ਕਹਾਰਾਂ ਨੇ ਚੁੱਕ ਕੇ ਲੈ ਕੇ ਜਾਂਦੇ ਸਨ, ਸੋ ਜੰਝ ਦੇ ਨਾਲ ਨਾਲ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿਤਨੇ ਲੱਖਾਂ ਕਹਾਰ ਹਨ। ਗੁੱਜਰ ਲੱਖ ਅਹੀਰ ਗਣਾਈ, ਲੱਖਾਂ ਗੁੱਜਰ ਅਹੀਰ ਗਿਣੇ ਜਾਂਦੇ ਹੈ, ਉਹ ਵੀ ਲੱਖਾਂ ਹਨ। ਗੁੱਜਰ ਮੱਝਾਂ ਪਾਲਦੇ ਹੈ, ਦੁੱਧ ਵੇਚਦੇ ਹੈ। ਖਾਸ ਕਰਕੇ ਮੁਸਲਮਾਨਾਂ ਵਾਸਤੇ ਇੱਕ ਹੀ ਅਰਥ ਇਹਦਾ, ਗੁੱਜਰ ਅਤੇ ਅਹੀਰ ਦਾ ਮਤਲਬ ਇੱਕ ਹੀ ਹੈ। ਮੁਸਲਮਾਨਾਂ ਲਈ ਇਹ ਗੁੱਜਰ ਸ਼ਬਦ ਵਰਤਦੇ ਹੈ, ਹਿੰਦੂ ਜਿਹੜੇ ਸੀ ਉਹ ਅਹੀਰ ਕਹਿੰਦੇ ਹੈ। ਕੰਮ ਦੋਵਾਂ ਦਾ ਇੱਕੋ ਹੀ ਹੈ। ਸੋ ਇਸ ਲਈ ਗੁੱਜਰ ਅਤੇ ਅਹੀਰ, ਗਵਾਲੇ, ਇਹ ਲੱਖਾਂ ਹੀ ਗਿਣੇ ਜਾਂਦੇ ਹੈ। ਕਿਤੜੇ ਹੀ ਲੱਖ ਚੂਹੜੇ, ਜਾਤ ਅਜਾਤ ਸਨਾਤ ਅਲਾਈ। ਕਿਤਨੇ ਹੀ ਲੱਖਾਂ ਖਾਕ ਰੋਬ ਹਨ, ਜਾਤ ਅਜਾਤ ਸਨਾਤ ਅਲਾਈ। ਅਤੇ ਇਸੇ ਤਰ੍ਹਾਂ ਕਈ ਇਹ ਜਿਹੜੀ ਜਾਤ ਬਣਾਈ ਹੋਈ ਹੈ, ਵਰਨ ਵੰਡ ਕੀਤੀ ਹੈ, ਇਹਨਾਂ ਵਿੱਚ ਆ ਜਾਂਦੇ ਹੈ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦ, ਅਤੇ ਕਈ ਅਜਾਤ ਇਹਨਾਂ ਤੋਂ ਬਾਹਰੀ, ਉਹ ਵੀ ਅਨੇਕਾਂ ਹਨ। ਸਨਾਤ ਅਲਾਈ, ਅਤੇ ਸਨਾਤ ਕਈ ਜਿਹੜੇ ਆ ਉਹ ਚੰਡਾਲ ਕਹੀਦੇ ਆ ਸੰਸਾਰ ਵਿੱਚ। ਨਾਮ ਥਾਮ ਲੱਖ ਕੀਮ ਨਾ ਪਾਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨਾਂ ਅਤੇ ਥਾਂ ਇਹ ਲੱਖਾਂ ਹੀ ਹਨ, ਕੋਈ ਗਿਣਤੀ ਨਹੀਂ, ਜੋ ਗਿਣੇ ਨਹੀਂ ਜਾ ਸਕਦੇ। ਸੋ ਅਨੇਕਾਂ ਨਾਮ ਹਨ,
ਅਨੇਕਾਂ ਹੀ ਥਾਵਾਂ ਹਨ, ਇਹਨਾਂ ਦੀ ਜਿਹੜੀ ਹੈ ਉਹ ਗਿਣਤੀ ਨਹੀਂ ਹੋ ਸਕਦੀ। ਭਾਈ ਗੁਰਦਾਸ ਸਾਹਿਬ ਜੀ ਨੇ ਸੰਸਾਰ ਦੀ ਰਚਨਾ ਦੇ ਵਿੱਚੋਂ ਇਹ ਜਾਣਕਾਰੀ ਕਰਾਈ। ਇੱਥੇ ਭਿੰਨ ਭਿੰਨ ਜਾਤ ਅਜਾਤ ਤੇ ਵਰਣ ਅਵਰਣਾਂ ਦਾ ਜ਼ਿਕਰ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਹੁਣ ਜੋ ਸਿਧਾਂਤ ਦੱਸਦੇ ਹੈ, ਇਹ ਅਖੀਰਲੀ 4ਵੀਂ ਪੌੜੀ ਵਿੱਚ ਦੱਸ ਰਹੇ ਹੈ ਵੀ ਲੋਕ ਜਿਹੜੇ ਹੈ ਇਹਨਾਂ ਜਾਤਾਂ ਅਜਾਤਾਂ ਦੇ ਵਿੱਚ ਫਸ ਕੇ ਇੱਕ ਦੂਜੇ ਨੂੰ ਉੱਚਾ ਨੀਵਾਂ ਜਣਾਉਂਦੇ ਹੈ, ਇੱਕ ਦੂਜੇ ਦੇ ਕੰਮ ਨੂੰ ਉੱਚਾ ਨੀਵਾਂ ਜਣਾਉਂਦੇ ਹੈ ਵੀ ਤੇਰਾ ਤੇ ਕੰਮ ਨੀਚਾਂ ਵਾਲਾ ਹੈ, ਮੇਰਾ ਕੰਮ ਚੰਗਾ ਹੈ, ਹੰਕਾਰ ਕਰਦੇ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਹੁਣ ਪੌੜੀ ਵਿੱਚ ਸਾਨੂੰ ਸਿਧਾਂਤ ਦੱਸਦੇ ਹੈ, ਉੱਤਮ ਮੱਧਮ ਨੀਚ ਲਖ, ਗੁਰਮੁਖ ਨੀਚ ਹੋ ਨੀਚ ਸਦਾਏ। ਭਾਈ ਸਾਹਿਬ ਜੀ ਕਹਿੰਦੇ ਵੇਖੋ ਸੰਸਾਰ ਦੇ ਵਿੱਚ ਭਾਵੇਂ ਲੱਖਾਂ ਹੀ ਉੱਤਮ ਮੱਧਮ ਤੇ ਨੀਚ ਲੋਕ ਹਨ, ਪਰ ਜਿਹੜਾ ਗੁਰਮੁਖ ਹੈ ਨਾ, ਨੀਚ ਹੋ ਨੀਚ ਸਦਾਏ, ਉਹਦੇ ਵਿੱਚ ਇੰਨੀ ਨਿਮਰਤਾ ਹੁੰਦੀ, ਉਹ ਆਪਣੇ ਆਪ ਨੂੰ ਨੀਚ ਤੋਂ ਨੀਚ ਸਦਵਾਉਂਦਾ, ਨੀਵੇਂ ਤੋਂ ਨੀਵਾਂ ਸਦਵਾਉਂਦਾ, ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਬਹੁਤ ਨੀਵਾਂ ਹਾਂ, ਉਹ ਹੰਕਾਰੀ ਨਹੀਂ ਬਣਦਾ। ਸੋ ਗੁਰਮੁਖ ਦੇ ਵਿੱਚ ਨਿਮਰਤਾ ਹੁੰਦੀ ਹੈ ਅਤੇ ਨਿਮਰਤਾ ਦੇ ਵਿੱਚ ਉਹ ਗੁਰਮੁਖ ਪਿਆਰਾ ਸਦਾ ਹੀ ਰਹਿੰਦਾ ਹੈ। ਪੈਰੀਂ ਪੈ ਪਾਖਾਕ ਹੋਏ, ਗੁਰਮੁਖ ਗੁਰਸਿੱਖ ਆਪ ਗਵਾਏ। ਜਿਹੜਾ ਗੁਰਸਿੱਖ ਹੈ ਉਹ ਗੁਰੂ ਦੇ ਚਰਨੀ ਪੈ ਕੇ, ਗੁਰਸਿੱਖਾਂ ਦੇ ਪੈਰੀਂ ਪੈ ਕੇ ਪਾਖਾਕ ਹੋਏ, ਗੁਰੂ ਸਾਹਿਬ ਦੇ ਚਰਨਾਂ ਦੀ, ਗੁਰਸਿੱਖਾਂ ਦੀ ਚਰਨਾਂ ਦੀ ਧੂੜ ਬਣ ਜਾਂਦਾ ਹੈ। ਗੁਰਮੁਖ ਗੁਰਸਿੱਖ ਆਪ ਗਵਾਏ। ਇਸ ਤਰ੍ਹਾਂ ਜਿਹੜਾ ਗੁਰਸਿੱਖ ਗੁਰਮੁਖ ਹੈ ਨਾ, ਉਹ ਆਪਾ ਭਾਵ ਮੈਂ ਮੇਰੀ ਨੂੰ ਗਵਾ ਦਿੰਦਾ ਹੈ, ਮੈਂ ਮੇਰੀ ਨੂੰ ਦੂਰ ਕਰ ਦਿੰਦਾ ਹੈ। ਸਾਧ ਸੰਗਤ ਭਉ ਭਾਉ ਕਰ, ਸੇਵਕ ਸੇਵਾ ਕਾਰ ਕਮਾਏ। ਸਾਧ ਸੰਗਤ ਦੇ ਵਿੱਚ ਪ੍ਰੇਮ ਕਰਦਾ ਹੈ ਗੁਰਸਿੱਖ ਜਿਹੜਾ ਨਾ, ਸਾਧ ਸੰਗਤ ਭਉ ਭਾਉ ਕਰ। ਭਉ ਦਾ ਅਰਥ ਹੁੰਦਾ ਡਰ, ਅਤੇ ਭਾਉ ਮੈਨੇ ਪ੍ਰੇਮ। ਉਹਦੇ ਅੰਦਰ ਗੁਰੂ ਦਾ ਨਿਰਮਲ ਭਉ ਹੈ, ਸੰਗਤ ਦਾ ਸਤਿਕਾਰ ਕਰਦਾ ਹੈ, ਭਾਉ ਕਰ ਪ੍ਰੇਮ ਕਰਦਾ ਹੈ। ਸੇਵਕ ਸੇਵਾ ਕਾਰ ਕਮਾਏ, ਸੇਵਕ ਬਣ ਕੇ ਸੇਵਾ ਦੀ ਕਾਰ ਕਰਦਾ ਹੈ, ਸਾਧ ਸੰਗਤ ਦੀ, ਗੁਰੂ ਦੀ ਸੇਵਾ ਕਰਦਾ ਹੈ। ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਮਿੱਠਾ ਬੋਲਦਾ ਹੈ ਗੁਰਸਿੱਖ, ਨਿਵ ਚੱਲਣ ਨਿਉ ਕੇ ਚੱਲਦਾ, ਨਿਮਰਤਾ ਧਾਰਨ ਕਰਕੇ ਚੱਲਦਾ ਹੈ, ਹੰਕਾਰ ਨਹੀਂ ਕਰਦਾ। ਹੱਥੋਂ ਦੇ ਕੇ ਭਲਾ ਮਨਾਏ, ਅਤੇ ਹਉਮੈ ਨੂੰ ਛੱਡ ਕੇ ਕੁਝ ਲੈਂਦਾ ਨਹੀਂ ਹੈ, ਸਗੋਂ ਹੱਥੋਂ ਦੇ ਕੇ ਭਲਾ ਮਨਾਉਂਦਾ ਹੈ। ਕਿਸੇ ਕੋਲ ਵਸਤਰ ਨਹੀਂ, ਉਹਨੂੰ ਵਸਤਰ ਦਿੰਦਾ, ਭੁੱਖੇ ਨੂੰ ਭੋਜਨ ਛਕਾਉਂਦਾ ਹੈ। ਸੋ ਇਸ ਤਰ੍ਹਾਂ ਹੱਥੋਂ ਦੇ ਕੇ ਅਤੇ ਭਲਾ ਮਨਾਉਂਦਾ ਹੈ। ਸਫਲ ਹੈ, ਸਫਲ ਗ੍ਰਸਤੀ ਹੈ ਗੁਰਸਿੱਖ ਜਿਹੜਾ ਪਿਆਰਾ ਹੈ। ਸ਼ਬਦ ਸੁਰਤ ਲਿਵ ਲੀਨ ਹੋਏ, ਦਰਗਹਿ ਮਾਣ ਨਿਮਾਣ ਪਾਏ। ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਉਹਦੇ ਵਿੱਚ ਮਸਤ ਹੋ ਜਾਂਦਾ ਹੈ। ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਸ਼ਬਦ ਦਾ ਰਸ ਪ੍ਰਾਪਤ ਕਰਦਾ ਹੈ। ਦਰਗਹਿ ਮਾਣ ਨਿਮਾਣਾ ਪਾਏ, ਅਤੇ ਇਸ ਤਰ੍ਹਾਂ ਸਾਰੇ ਮਾਣਾਂ ਤੋਂ ਨਿਮਾਣਾ ਹੋ ਕੇ ਦਰਗਾਹ ਵਿੱਚ ਮਾਣ ਪਾਉਂਦਾ, ਸਤਿਕਾਰ ਪਾਉਂਦਾ ਹੈ। ਫਿਰ ਉਹਨਾਂ ਨੂੰ ਰੇ ਰੇ ਦਰਗਹਿ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਉਹਨਾਂ ਨੂੰ ਆਦਰ ਸਤਿਕਾਰ ਮਾਣ ਦਿੱਤਾ ਜਾਂਦਾ ਹੈ। ਸੋ ਸ਼ਬਦ ਦੇ ਨਾਲ ਗੁਰੂ ਕਾ ਸਿੱਖ ਸਦਾ ਹੀ ਜੁੜਿਆ ਰਹਿੰਦਾ ਹੈ। ਚੱਲਣ ਜਾਣ ਅਜਾਣ ਹੋਏ, ਆਸਾ ਵਿੱਚ ਨਿਰਾਸ ਵਲਾਏ। ਚੱਲਣ ਜਾਣ, ਸੰਸਾਰ ਤੋਂ ਚਲੇ ਜਾਣ ਨੂੰ ਉਹ ਸੱਚ ਮੰਨਦਾ ਹੈ, ਫਿਰ ਬਹੁਤਾ ਖਿਲਾਰਾ ਨਹੀਂ ਕਰਦਾ। ਅਸੀਂ ਸਾਹਿਬ ਦਾ ਬਚਨ ਪੜ੍ਹਦੇ ਹਾਂ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ। ਜਿਹੜੇ
ਸੰਸਾਰ ਤੋਂ ਚਲੇ ਜਾਣ ਦੀ ਰੀਤੀ ਨੂੰ ਸਮਝ ਲੈਂਦੇ ਹੈ ਨਾ ਵੀ ਇੱਥੇ ਸਦਾ ਨਹੀਂ ਰਹਿਣਾ, ਤੁਰ ਜਾਣਾ ਹੈ। ਬਹੁਤੇ ਖਿਲਾਰੇ ਨਹੀਂ ਖਿਲਾਰਦੇ, ਧਰਮ ਦੀ ਕਿਰਤ ਕਰਦੇ ਹੋਏ ਸਦਾ ਨਾਮ ਜਪਦੇ ਗੁਰੂ ਚਰਨਾਂ ਨਾਲ ਜੁੜੇ ਰਹਿੰਦੇ ਐ। ਚੱਲਣ ਜਾਣ ਅਜਾਣ ਹੋਏ, ਸੰਸਾਰੀ ਸਿਆਣਪਾਂ ਨੂੰ ਛੱਡ ਕੇ ਅਣਜਾਣ ਬਣ ਕੇ ਜ਼ਿੰਦਗੀ ਬਤੀਤ ਕਰਦਾ ਹੈ। ਅਜਾਣ ਹੋਏ, ਸੰਸਾਰ ਦੀਆਂ ਸਿਆਣਪਾਂ ਨਹੀਂ ਬਾਹਲੀਆਂ ਕਰਦਾ, ਉਹ ਛੱਡ ਦਿੰਦਾ ਹੈ। ਅੱਜ ਚਤਰਾਈਆਂ ਚਲਾਕੀਆਂ, ਧੋਖੇ ਕਰਨੇ, ਕਿਸੇ ਨਾਲ ਛਲ ਕਪਟ ਕਰਨਾ, ਇਹ ਚੀਜ਼ਾਂ ਨਹੀਂ ਕਰਦਾ। ਸੋ ਸੰਸਾਰ ਤੋਂ ਚਲੇ ਜਾਣ ਨੂੰ ਸੱਚ ਜਾਣ ਕੇ, ਸੰਸਾਰੀ ਸਿਆਣਪਾਂ ਨੂੰ ਛੱਡ ਕੇ ਅਣਜਾਣ ਬਣ ਕੇ ਉਹ ਆਪਣੀ ਜ਼ਿੰਦਗੀ ਦੇ ਦਿਨ ਗੁਜ਼ਾਰਦਾ ਹੈ। ਆਸਾ ਵਿੱਚ ਨਿਰਾਸ ਵਲਾਏ, ਆਸਾ ਰੂਪ ਇਹ ਜਿਹੜਾ ਸੰਸਾਰ ਹੈ, ਇਹਦੇ ਵਿੱਚ ਸੰਸਾਰ ਦੇ ਪਦਾਰਥਾਂ ਦੀ ਆਸ ਤੋਂ ਬਿਨਾਂ ਹੋ ਕੇ ਸਮਾਂ ਲੰਘਾਉਂਦਾ ਹੈ। ਗੁਰਮੁਖ ਸੁਖ ਫਲ ਅਲਖ ਲਖਾਏ, ਇਸ ਤਰ੍ਹਾਂ ਗੁਰਮੁਖ ਨੇ ਸੁਖ ਫਲ ਜੋ ਅਲਖ ਹੈ, ਜਾਣਿਆ ਜਾਣ ਵਾਲਾ ਨਹੀਂ, ਉਸ ਨੂੰ ਲਖ ਲਿਆ, ਉਸ ਨੂੰ ਜਾਣ ਲਿਆ ਹੈ। ਸੋ ਗੁਰਸਿੱਖ ਜਿਹੜਾ ਨਾ, ਗੁਰਮੁਖ, ਉਹ ਇਹਨਾਂ ਜਾਤਾਂ ਪਾਤਾਂ ਵਿੱਚ ਨਹੀਂ ਪੈਂਦਾ। ਵਰਨ ਵੰਡ ਜਿਹੜੇ ਭੇਦ ਨੇ, ਫਰਕ ਨੇ, ਦੇਸ਼ ਕਾਲ ਕਰਕੇ, ਇਹਨਾਂ ਦੇ ਵਿੱਚ ਬਿਲਕੁਲ ਨਹੀਂ ਪੈਂਦਾ। ਪਿੱਛੇ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਜਾਤ ਵਰਨ, ਇਹ ਤਮਾਮ ਰੋਗ ਮਾਨਸਿਕ ਮਜ਼ਹਬ ਜਿਹੜੇ ਇਤਿਆਦ ਭੇਦਾਂ ਕਰਕੇ ਹਨ, ਇਹ ਜੋ ਸਾਨੂੰ ਦੱਸੇ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਦੱਸਿਆ ਵੀ ਇਹ ਸੰਸਾਰ ਦੇ ਵਿੱਚ ਅਨੇਕਾਂ ਹਨ, ਪਰ ਗੁਰਮੁਖ ਸਾਰਿਆਂ ਨੂੰ ਇੱਕ ਰੂਪ ਵੇਖਦਾ ਹੈ। ਕਿਉਂਕਿ ਗੁਰਮਤਿ ਨੇ ਕਿਸੇ ਜਾਤ ਨੂੰ ਉੱਚਾ ਨੀਵਾਂ ਨਹੀਂ ਮੰਨਿਆ, ਸਗੋਂ ਜੋ ਜਾਤੀ ਦਾ ਭੇਦ ਮੰਨਣ ਵਾਲੇ ਹੈ ਉਹਨਾਂ ਨੂੰ ਮਹਾਰਾਜ ਨੇ ਮੂਰਖਾਂ ਵਿੱਚ ਗਿਣਿਆ ਹੈ ਵੀ ਉਹ ਲੋਕ ਮੂਰਖ ਨੇ। ਸਤਿਗੁਰੂ ਨੇ ਬਾਣੀ ਦੇ ਵਿੱਚ ਤਾੜਨਾ ਵੀ ਕੀਤੀ, ਜਾਤ ਕਾ ਗਰਵ ਨਾ ਕਰੀਅਹੁ ਕੋਈ, ਬ੍ਰਹਮ ਬਿੰਦ ਤੇ। ਮਹਾਰਾਜ ਕਹਿੰਦੇ ਕੋਈ ਜਾਤ ਦਾ ਹੰਕਾਰ ਨਾ ਕਰੇ। ਅਸਲ ਦੇ ਵਿੱਚ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ, ਜਿਹੜਾ ਬ੍ਰਹਮ ਨੂੰ ਪਛਾਣ ਲੈਂਦਾ ਹੈ ਉਹੀ ਬ੍ਰਾਹਮਣ ਹੈ। ਜਾਤ ਕਾ ਗਰਵ ਨਾ ਕਰ ਮੂਰਖ, ਗਵਾਰਾ ਇਸ ਗਰਭ ਤੇ ਚੱਲਹਿ ਬਹੁਤ ਵਿਕਾਰਾ। ਐ ਮੂਰਖ ਗਵਾਰ, ਜਾਤੀ ਦਾ ਹੰਕਾਰ ਨਾ ਕਰ, ਤੇ ਇਹ ਹੰਕਾਰ ਹੀ ਤੇਰੇ ਜੀਵਨ ਦੇ ਪਤਨ ਦਾ ਕਾਰਨ ਬਣੇਗਾ। ਸੋ ਵੱਖ-ਵੱਖ ਕੰਮ ਕਰਨ ਵਾਲੇ, ਵੱਖ-ਵੱਖ ਖੇਤਰਾਂ ਦੇ ਵਿੱਚ ਵਿਚਰਨ ਵਾਲੇ ਸਾਰਿਆਂ ਦਾ ਜ਼ਿਕਰ ਕਰਕੇ ਭਾਈ ਸਾਹਿਬ ਜੀ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਸਾਰਿਆਂ ਦੇ ਵਿੱਚ ਰੱਬ ਦੀ ਇੱਕ ਜੋਤ ਨੂੰ ਜਾਣਦਾ, ਆਪਣੇ ਆਪ ਨੂੰ ਨੀਵਾਂ ਸਦਵਾਉਂਦਾ ਹੈ, ਉਹਦੇ ਵਿੱਚ ਬਿਲਕੁਲ ਹੰਕਾਰ ਨਹੀਂ ਹੁੰਦਾ, ਸ਼ਬਦ ਦੇ ਨਾਲ ਜੁੜਿਆ ਰਹਿੰਦਾ ਹੈ। ਔਰ ਉਸ ਨੂੰ ਪਤਾ ਹੈ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਸੋ ਐਸਾ ਉਹਦਾ ਜਿਹੜਾ ਜੀਵਨ ਹੈ ਨਿਮਰਤਾ ਵਾਲਾ, ਗੁਰੂ ਚਰਨਾਂ ਦੇ ਨਾਲ ਪ੍ਰੇਮ ਕਰਨ ਵਾਲਾ, ਪਰਮਾਤਮਾ ਦੇ ਭੈ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਨ ਵਾਲਾ ਹੁੰਦਾ ਹੈ। ਸੋ ਇਹ 8ਵੀਂ ਵਾਰ ਜਿਹੜੀ ਹੈ ਸੰਪੂਰਨ ਹੋਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਹਰ ਕਰਨ। ਭਾਈ ਗੁਰਦਾਸ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਚੱਲਣ ਜਾਣ ਅਜਾਣ ਹੋਏ, ਆਸਾ ਵਿੱਚ ਨਿਰਾਸ ਵਲਾਏ, ਗੁਰਮੁਖ ਸੁਖ ਫਲ ਅਲਖ ਲਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ